ਉਹ ਦੇਸ਼ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਦਿੱਤੀ ਹੈ, ਜਿਨ੍ਹਾਂ ਨੂੰ ਇਹ ਨਹੀਂ ਪਤਾਗਾ ਕਿ ਇਹ ਸਾਡੇ ਨਾਲ ਹੋਈ ਕੀ ਜਾਂਦਾ ਹੈ। ਜਾਂ ਤਾਂ ਮੂਰਖ ਹੈ, ਤੇ ਜੇ ਉਹ ਸਭ ਕੁਝ ਜਾਣਦੇ ਹੈ ਤੇ ਤੁਹਾਨੂੰ ਦੱਸ ਨਹੀਂ ਰਹੇ ਜਾਣ ਕੇ, ਤੇ ਫਿਰ ਉਹ ਬੇਈਮਾਨ ਹੈ। ਜੇ ਅਸੀਂ ਸੌਦਾ ਮੰਨ ਗਏ ਆ, ਸੌਦਾ ਕਰਨ ਨੂੰ ਤਿਆਰ ਹੈ, ਤਾਂ ਇਹਦਾ ਅਰਥ ਇਹ ਨਾ ਕੱਢਿਆ ਜਾਵੇ ਕਿ ਕਾਨੂੰਨਾਂ ਦੇ ਵਿੱਚ ਕੋਈ ਕਮੀ ਹੈ। ਭਲਾ ਜੇ ਕਾਨੂੰਨਾਂ 'ਚ ਕਮੀ ਨਹੀਂ ਤਾਂ ਸੌਦਾ ਕਰਨ ਦੀ ਲੋੜ ਕੀ ਪੈ ਗਈ ਬਈ? ਜਿਨ੍ਹਾਂ ਲੋਕਾਂ ਨਾਲ ਤੁਹਾਡੀ ਲੜਾਈ ਹੈ, ਉਹਨਾਂ ਦਾ ਸਿੰਘਾਸਨ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਹੈ। ਮੇਰੇ ਦੋਸਤੋ, ਮੇਰੇ ਨੌਜਵਾਨ ਵੀਰੋ, ਇਹ ਲੜਾਈ ਹੈ ਜਿਹੜੀ, ਇਹਨੂੰ ਪੂਰੇ ਦਿਮਾਗ ਦੇ ਨਾਲ ਲੜਾਂਗੇ ਤਾਂ ਜਿੱਤਾਂਗੇ। ਅਗਰ ਦਿਮਾਗ ਤੋਂ ਸਲਿੱਪ ਹੋ ਗਏ ਤਾਂ ਹਾਰ ਜਾਾਂਗੇ। ਪਹਿਲਾ ਕਾਨੂੰਨ ਇਹ ਸੀ ਕਿ 10% ਤੋਂ ਵੱਧ ਕੋਈ ਮੁਨਾਫਾ ਨਹੀਂ ਸੀ ਲੈ ਸਕਦਾ। ਫਿਰ ਕੁਝ ਥੋੜੀ ਬਹੁਤੀ ਸੋਧ ਕਰਨ ਦੀ ਲੋੜ ਪਈ ਤੇ ਇਹ ਕਹਿਤਾ ਵੀ 10 ਦੀ ਬਜਾਏ 12% ਤੱਕ ਮੁਨਾਫਾ ਲਿਆ ਜਾ ਸਕਦਾ ਹੈ। ਹੁਣ ਇਸ ਕਾਨੂੰਨ ਦੇ ਵਿੱਚ ਕੀ ਕੀਤਾ ਹੈ? ਇਹਦੇ 'ਚ ਇਹ ਕਹਿਤਾ ਕਿ ਜੇਕਰ 100% ਵੀ ਮੁਨਾਫਾ ਲੈ ਰਿਹਾ ਕੋਈ ਬੰਦਾ ਤਾਂ ਉਹਦੇ ਵਿੱਚ ਸਰਕਾਰ ਇੰਟਰਫੀਅਰ ਨਹੀਂ ਕਰੇਗੀ। 100 ਤੋਂ ਉੱਪਰ ਟੱਪੇਗਾ ਤਾਂ ਫਿਰ ਇੰਟਰਫੀਅਰ ਕਰੇਗੀ ਸਰਕਾਰ। ਵੀ ਆਪਾਂ ਕੋਈ ਤਮਾਸ਼ਾ ਜਾਂ ਨਹੀਂ ਵੇਖਣਾ, ਗੱਲ ਸਮਝਣ ਵਾਲੀ ਹੈ ਤੇ ਬਹੁਤ ਇੰਪੋਰਟੈਂਟ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ। ਪਲੀਜ਼ ਬੈਠ ਜਾਓ ਸਾਰੇ ਜਾਣੇ। ਇੱਕ ਤਾਂ ਪ੍ਰੈਸ ਦੇ ਵਿੱਚ ਵੀ ਤੁਹਾਡਾ ਮੈਸੇਜ ਆਏ ਨਾ ਜਾਵੇ ਕਿ ਆ ਜਗ੍ਹਾ ਖਾਲੀ ਪਈ ਆ ਜੀ, ਲੋਕ ਪਤਾ ਨਹੀਂ ਮਤਲਬ ਕਿ ਇੱਥੇ ਹੈ ਹੀ ਨਹੀਂ ਗੇ। ਦੂਸਰੀ ਜਿਹੜੀ ਗੱਲ ਹੈ, ਖੜੇ ਬੰਦੇ ਨੂੰ ਗੱਲ ਛੇਤੀ ਕਿਤੇ ਸਮਝ ਨਹੀਂ ਆਉਂਦੀ ਹੁੰਦੀ। ਗੱਲਾਂ ਆਪਾਂ ਕੁਝ ਇੰਪੋਰਟੈਂਟ ਕਰਨੀਆਂ ਹੈ। ਪਿਆਰੇ ਦੋਸਤੋ, ਅਸੀਂ ਬਹੁਤ ਹੀ ਤਹਿ ਦਿਲੋਂ ਧੰਨਵਾਦੀ ਹਾਂ ਤੁਹਾਡੇ ਸਾਰਿਆਂ ਦੇ ਕਿ ਜਿਹੜਾ ਤੁਸੀਂ ਆਪਣੇ ਆਪ ਸਾਡੇ ਬਗੈਰ ਕਹੇ ਤੋਂ ਅਜਿਹੇ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ ਹੈ। ਇਕੱਠ ਕਰਕੇ ਵਿਚਾਰ ਚਰਚਾ ਕਰਨੀ, ਗੱਲ ਨੂੰ ਸੁਣਨਾ, ਗੱਲ ਨੂੰ ਸਮਝਣਾ, ਇਹਦੇ ਤੇ ਜਿਹੜਾ ਜ਼ੋਰ ਦੇ ਰਹੇ ਹੋ ਇਹ ਬਹੁਤ ਜ਼ਰੂਰੀ ਹੈ ਤੇ ਲੋੜ ਵੀ ਹੈ ਇਹਨਾਂ ਗੱਲਾਂ ਦੀ। ਮੇਰਾ ਖਿਆਲ ਹੈ ਕਾਨੂੰਨਾਂ ਦੇ ਬਾਰੇ ਦੇ ਵਿੱਚ ਤਾਂ ਕੋਈ ਗੱਲ ਕਰਨ ਵਾਲੀ ਰਹਿ ਨਹੀਂ ਗਈ। ਕਾਨੂੰਨਾਂ ਦੇ ਉੱਤੇ ਬਹੁਤ ਡਿਟੇਲ ਦੇ ਨਾਲ ਮਾਹਰਾਂ ਨੇ ਵੀ ਗੱਲਾਂ ਕਰ ਲਈਆਂ, ਅਸੀਂ ਵੀ ਕਰ ਲਈਆਂ, ਸਰਕਾਰਾਂ ਨਾਲ ਸਾਡੀ ਬਹੁਤ ਵਾਰੀ ਬਹਿਸ ਹੋ ਲਈ। ਤੇ ਇੰਨੀ ਗੱਲ ਮੈਂ ਤੁਹਾਨੂੰ ਦੱਸ ਦਿਆਂ, ਸ਼ਾਇਦ ਕਿ ਤੁਹਾਡੇ ਚੋਂ ਕੋਈ ਆਦਮੀ ਵੀਰ ਇਹੋ ਜਿਹੇ ਬੈਠੇ ਹੋਣ ਜਿਨ੍ਹਾਂ ਨੇ ਅੰਦੋਲਨ ਦੇ ਵਿੱਚ ਹਜੇ ਦਿੱਲੀ ਦੇ ਵਿੱਚ ਪਾਰਟਿਸਿਪੇਟ ਨਾ ਕੀਤਾ ਹੋਵੇ। ਮੇਰੇ ਦੋਸਤੋ, ਜਿਸ ਦਿਨ ਅਸੀਂ ਕਾਨੂੰਨਾਂ ਤੇ ਬਹਿਸ ਹੋਣੀ ਸੀ ਸਰਕਾਰ ਨਾਲ, ਤੇ ਪੱਤਰਕਾਰ ਸਾਨੂੰ ਮਿਲੇ ਜਾਣ ਲੱਗਿਆਂ ਨੂੰ, ਤੇ ਉਹਨਾਂ ਦਾ ਸਵਾਲ ਕੀ ਸੀ? ਕਹਿੰਦੇ ਪ੍ਰਧਾਨ ਜੀ ਤਿਆਰ ਹੋ ਕੇ ਚੱਲੇ ਹੋ? ਮੈਂ ਕਿਹਾ ਵੀ ਤਿਆਰ ਵਾਲੀ ਕਿਹੜੀ ਗੱਲ ਹੈ? ਤਾਂ ਸਵਾਲ ਦੇਖਿਓ ਪੱਤਰਕਾਰਾਂ ਦਾ ਕਿੱਡਾ ਤਕੜਾ ਹੈ ਤੇ ਕਿੱਡਾ ਵਧੀਆ ਸਮਝਣ ਵਾਲਾ। ਉਹ ਕਹਿੰਦੇ ਜੀ ਸਰਕਾਰ ਨੇ ਅੱਗੋਂ ਐਕਸਪਰਟ ਬੁਲਾਏ ਨੇ ਤੁਹਾਡੇ ਨਾਲ ਗੱਲ ਕਰਨ ਲਈ। ਇਹਦੇ 'ਚ ਦੋ ਗੱਲਾਂ ਨਿਕਲਦੀਆਂ। ਪਹਿਲੀ ਗੱਲ ਕਿ ਜੇਕਰ ਕਿਸਾਨਾਂ ਨਾਲ ਗੱਲ ਕਰਨ ਵਾਸਤੇ ਐਕਸਪਰਟ ਬੁਲਾਉਣੇ ਪੈ ਰਹੇ ਹੈ ਤਾਂ ਉਹ ਕਾਨੂੰਨ ਸਪਸ਼ਟ ਹੈ ਕਿ ਕਿਸੇ ਹੋਰ ਪਾਸਿਓਂ ਬਣ ਕੇ ਆਏ ਨੇ। ਇਹ ਜਿਹੜੀ ਸਰਕਾਰ ਸਾਡੇ ਨਾਲ ਬਹਿਸ ਕਰਨ ਜਾ ਰਹੀ ਹੈ ਉਹ ਸਰਕਾਰ ਦੇ ਬਣਾਏ ਕਾਨੂੰਨ ਨਹੀਂ, ਉਹ ਕਿਸੇ ਪਾਸੇ ਹੋਰ ਸਾਈਡ ਤੋਂ ਆਏ ਕਾਨੂੰਨ ਹੈ। ਤੇ ਦੂਸਰੀ ਗੱਲ, ਅਸੀਂ ਕਿਹਾ ਸੀਗਾ ਵੀ ਚਾਹੇ ਕੋਈ ਵੀ ਹੋਵੇ, ਸਾਡੇ ਉਂਗਲਾਂ ਦੇ ਉੱਤੇ ਯਾਦ ਹੈ ਇੱਕ ਇੱਕ ਨੁਕਤਾ, ਔਰ ਬਹਿਸ ਕਰਾਂਗੇ, ਕੋਈ ਚਿੰਤਾ ਵਾਲੀ ਗੱਲ ਨਹੀਂ, ਜਿਹੜਾ ਮਰਜ਼ੀ ਐਕਸਪਰਟ ਹੋਵੇ। ਤੇ ਮੇਰਾ ਖਿਆਲ ਹੈ ਜਦੋਂ ਇਹਦੇ ਤੇ ਬਹਿਸ ਹੋ ਰਹੀ ਸੀ, ਅੱਜ ਮੇਰੇ ਨਾਲ ਪੱਤਰਕਾਰ ਵੀਰ ਗੱਲ ਕਰ ਰਹੇ ਸੀ, ਕਹਿੰਦੇ ਜੀ ਤੋਮਰ ਸਾਹਿਬ ਇਹ ਕਹਿੰਦੇ ਐ ਵੀ ਜੇ ਅਸੀਂ ਸੌਦਾ ਮੰਨ ਗਏ ਆ, ਸੌਦਾ ਕਰਨ ਨੂੰ ਤਿਆਰ ਹੈ, ਤਾਂ ਇਹਦਾ ਅਰਥ ਇਹ ਨਾ ਕੱਢਿਆ ਜਾਵੇ ਕਿ ਕਾਨੂੰਨਾਂ ਦੇ ਵਿੱਚ ਕੋਈ ਕਮੀ ਹੈ। ਭਲਾ ਜੇ ਕਾਨੂੰਨਾਂ 'ਚ ਕਮੀ ਨਹੀਂ ਤਾਂ ਸੌਦਾ ਕਰਨ ਦੀ ਲੋੜ ਕੀ ਪੈ ਗਈ ਬਈ? ਬੇਤੁਕੀਆਂ ਗੱਲਾਂ, ਬੇਮੈਨਾ ਗੱਲਾਂ, ਪਤਾ ਨਹੀਂ ਕਿੱਥੇ ਬੈਠੇ ਕਿਵੇਂ ਘੜ ਕੇ ਕੱਢੀ ਜਾਂਦੇ ਆ। ਲੋਕਾਂ ਨੂੰ ਮੂਰਖ ਸਮਝ ਰੱਖਿਆ ਇਹਨਾਂ ਲੋਕਾਂ ਨੇ। ਸੋ ਇਹਦੇ ਤੇ ਆਪਾਂ ਬਹੁਤਾ ਲੰਬਾ ਨਹੀਂ ਜਾਣਾ। ਮੇਰੇ ਦੋਸਤੋ, ਇਹ ਕਾਨੂੰਨ
एक तो मैं ये गल दसनी बहुत जरूरी समझदा है कि दो कानून आ जिहड़े ਉਹ ਸਾਡੀ किसानी ਨੂੰ बर्बाद करने दे लई लिआंदे गए ने ते जिहड़ा तीसरा कानून है ਉਹ ਉਹਨਾਂ ਲੋਕਾਂ ਦੇ ਮੂੰਹ ਚੋਂ ਰੋਟੀ ਖੋਹਣ ਲਈ ਲਿਆਂਦਾ ਹੈ ਜਿਹੜੇ ਵਿਚਾਰੇ ਬੇਜ਼ਮੀਨੇ ਨੇ ਕਿਸੇ ਹੋਰ ਜ਼ਰੀਏ ਦੇ ਨਾਲ ਰੋਟੀ ਕਮਾ ਕੇ ਖਾਂਦੇ ਨੇ ਔਰ ਉਹ ਕਾਨੂੰਨ ਇੰਨਾ ਖਤਰਨਾਕ ਹੈ ਕਿ ਉਹਦੇ ਵਿੱਚ ਹੁਣ ਪਹਿਲਾਂ ਦਾ ਕਾਨੂੰਨ ਤੇ ਇਹਦਾ ਹੁਣ ਵਾਲਾ ਕਾਨੂੰਨ ਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਪਹਿਲਾ ਕਾਨੂੰਨ ਇਹ ਸੀ ਕਿ 10% ਤੋਂ ਵੱਧ ਕੋਈ ਮੁਨਾਫਾ ਨਹੀਂ ਸੀ ਲੈ ਸਕਦਾ। फिर कुछ थोड़ी बहुत सोध करने की लोड़ पई तो यह कहता भी 10 की बजाय 12% तक मुनाफा लिया जा सकता है। हुण इस कानून दे विच की कीता है, इहदे च कहता कि जेकर 100% भी मुनाफा ले रहा कोई बंदा तो उहदे विच सरकार इंटरफीयर नहीं करेगी। 100 तो उपर टप्पेगा तो फिर इंटरफीयर करेगी सरकार। हुण 100% का मतलब की है कि दुगना रेट लैण वास्ते खुली छूट देती है इस कानून के जरिए। पहली गल। दूजी गल है कि इस कानून के जरिए व्यापारी नूं कहण तो भाव कारपोरेट फ्रूट्स वगैरह वो स्टोर करने का राइट मिल गया कि जिन्ना मर्जी कर सकते हैं, इन्हां ते कोई चैक नहीं, कोई रोक नहीं। अगे इहदे ते सीमा सी कि इदों वध कोई स्टोर नहीं कर सकता सी। तो इस करके मेरा कहने का मतलब यह है कि यह साडा आम उन्हां लोकां लई है जिन्हां लोकां ने बेचारियां ने खुद खेती पैदा नहीं करते और अनाज रोटी कितों लैके खानी है, मुल खरीद के खाना है, जिन्हां ने ये उन्हां दे बहुत माड़ा प्रभाव पाउण वाला कानून है। सो इसलिए ये लड़ाई केवल किसानां दी बन के ना रह जाए जिवें अज वैसे ये गल है नहीं, किसानां दी रही नहीं। बहुत बड़ी पद्धर दे उत्ते पूरे देश दे विचों लोकां दा सहयोग मिल रहा है। व्यापारी साडे नाल ने, बहुत बड़ी पद्धर दे उत्ते वकीलां ने आके साडा सहयोग दिता, होर बहुत सारे तबकिआं दे लोकां ने साडा सहयोग दिता। तो साडी बेनती है कि हर वर्ग नूं इह समझण दी लोड़ है। मैं तां इह दो शब्द कहे है। अगली गल जिहड़ी मैं कहनी चाहुंदा है, जिस लई मैं आया है, मेरे दोस्तों, मेरे नौजवान वीरों, ये लड़ाई है जिहड़ी इहनूं पूरे दिमाग दे नाल लड़ांगे तो जितांगे, अगर दिमाग तो स्लिप हो गए तो हार जाएंगे। क्यों? क्योंकि सानू दो तीन चीज़ां वेखणियां पैंदियां लड़ाई लड़न वालियां नूं कि जिहदे नाल लड़ रहे हैं उस आदमी की मानसिकता किहो जी है ते तुसीं जिन्हां नाल लड़ रहे हो उन्हां दा संघासन प्यारिओ लोकां दियां लाशां दे उत्ते डट्ठा वा है। जिन्हां लोकां नाल तुहाडी लड़ाई है उन्हां दा संघासन लोकां दियां लाशां दे उत्ते है। उन्हां लोकां नाल लड़ाई है, इस करके इस लड़ाई नूं जितना है और कोई अजिहा मौका नहीं देना जिहदे विच उन्हां नूं कोई अजिहा कदम चुकण का मौका मिले जिहदे नाल साडे अंदोलन का नुकसान होवे। और अंदोलन नूं समझण दे लई बहुत गल्लां सीरीयस गल्लां समझण दी लोड़ की है। ये मैं तां टॉपिक दे उत्ते गल करदा मेरे दोस्तों कि इन्हां कानूनां दे विच असीं आम कहने आ गल ये आम साडा कहना है कि जी FCI या ये कह लो कि MSP तो भज रही है सरकार, जट्टां वाली बोली। असीं कहने कि MSP तो भज रही है सरकार, पर नरेंद्र तोमर ते साडे प्रधानमंत्री जी, खास करके मैं प्रधानमंत्री जी की गल करा, वो बार बार इस गल ते जोर दिंदे हैं कि MSP था, MSP है और MSP रहेगा, ये कहंदे हैं। हुण सवाल इस गल नूं समझण दा है मेरे दोस्तों, शायद तुहाडे इलाके दे विच भी कोई मक्की की खेती की होवे किसी ने। मक्की की MSP 1840 रुपये है ते पिछले साल हजे तक भी, मैं कल पुछ रहा सीगा, मैं गया जलंधर वाले एरिए दे विच ते हजे भी मक्की सुक्की मक्की भी 1300 नूं विक रही है।
सवाल इस गल का है कि 1840 मक्की का रेट है, अगर MSP है, MSP था रहेगा, अगर यह गल तो पहरा सरकार का, तो मक्की MSP ते क्यों नहीं विक रही? सवाल आ कि तुहाडी फसल विके MSP ते, लड़ाई इस गल दी है। तो मेरे दोस्तों, MSP अनाउंस होंदी रहेगी, MSP नूं बिल्कुल ना छेड़ने या छेड़न कोई वक्रा विषय नहीं है, कोई बहुत ही बड़ी गल नहीं है। नुकसान कित्थे करना है कि जिवें अज मक्की नूं खरीदण वाला कोई नहीं, जिवें अज तुहाडीआं दालां नूं खरीदण वाला कोई नहीं, जिवें अज होर बहुत सारा मटीरियल जिन्हां नूं खरीदण वाला कोई नहीं, इसे तरह जदों FCI टुटी उस वेले तुहाडा झोना ते तुहाडी कणक नूं खरीदण वाला कोई ना होया, उदों भाव दे नाल इह होना जिहड़ा अज तुहाडी मक्की नाल हो रहा है। लड़ाई इस गल दी है। और FCI नूं तोड़न वास्ते 3 रिपोर्टां आ चुकियां कि FCI तोड़नी है, यह गल हो चुकी है। तो मेरे दोस्तों, हुण मैं ये गल कहनी चाहुंदा सी, तुहाडे नाल साझी करनी चाहुंदा है। एक मैनूं ऐ दसो टाइम किन्ना है? टाइम की कोई प्रॉब्लम नहीं, टाइम खुला भी। तो मैं जिहड़ी गल कहनी चाहुंदा है, असी आम भाषा च कहने कि MSP तो भज रही है सरकार, FCI तो असल हकीकत यह है कि FCI नूं तोड़ना है तो MSP अपने आप टुट जानी है, खत्म हो जानी है। तो MSP तो भजन वाली गल कित्थों आई निकल के? सवाल इस गल नूं समझदा है। MSP दे बारे च मेरे पढ़े लिखे नौजवान वीरों, नट चक्को, ओनू सर्च करो उहदे ते गैट नूं, और गैट का 12वां अध्याय कढ लियो। उहदे 12वें अध्याय दे विच इह गल स्पष्ट लिखी है कि भारत दे अंदर किसानां नूं दित्ती जांदी सहूलत बंद कीती जानी है, और पहली सहूलत सी तुहाडी सबसिडी, ते दूसरी बड़ी सहूलत है तुहाडी MSP। ये दोनों बंद होनी है। जिहदे विचों एक होर छोटी जी गल कि अमेरिका ने WTO दे अंदर तुहाडे खिलाफ मुकदमा पा रखिया, केस पा रखिया कि भारत आपदे देश के अंदर किसानां नूं MSP देनी बंद नहीं कर रहा। हुण सवाल इस गल दा है, गैट शब्द मैं वरतिया है, गैट पता गैट बारे किसी नूं जिन्ने इत्थे आपां वीर बैठे हैं? क्यों भी दोस्तों नहीं ना पता? थानू की पता होना है? छड़ दो, तुहाडे चों कोई फील ना कर ले, मैनू नहीं पता का भी किस किस माइंड दे लोग बैठे ने। तुहाडे चों जिता के भेजे जां जितण के जाण वाले लोग आ जिहड़े 90% वो है जिन्हां नूं गैट बारे कोई पता नहीं, कोई पता नहीं गैट बारे उन्हां नूं। मेरा प्रोफैसर रहा, MP बन गया, तो मैं किसी कारण थोड़ा ढिला सीगा, हॉस्पिटल दे विच मेरा पता लैण आया, तो मैं उन्होंने 2 गल्लां पुछियां। मेरे वीरो ध्यान नाल समझ लो जी गल। MP है, मैंबर पार्लीमेंट और प्रोफैसर, उन्होंने मैं पूछ लिया कि प्रोफैसर साहब डॉक्टर स्वामीनाथन की रिपोर्ट पढ़ी है तुसीं? कहंदा जी नहीं पढ़ी। मैं कहा भी गैट बारे कोई जानकारी रखते हो? कहंदा जी नहीं। हुण अंदाजा लाओ भी एक प्रोफैसर होवे और ये दोनों ही गल्लां तुहाडे नाल रिलेटेड आ वीरो, ते जेकर एक प्रोफैसर नूं नहीं पता तो फिर की उम्मीद रखते हो भी मुहम्मद सदीक तुहाडा उत्ते जाके ये बारे कोई स्टडी करके तो तुहाडे बारे कोई फैसले करा दूगा? भेज के रहे हैं जिन्हां नूं पता ही नहीं। तो दूसरी गल मैं एक होर कहनी चाहना, 2 गल्लां समझ लियो तो फिर आपां अगे गल तोरांगे। मेरे दोस्तों, गैट दे उत्ते असीं अज मोदी नूं गालां कढ रहे हैं ना, क्यों कढ रहे हैं भला? क्योंकि मोदी साडी जमीन लैके कारपोरेटां नूं दे रहा है, अडानियां अंबानियां नूं दे रहा है, और बहुत उतावला है, और पिछे इस करके नहीं हट रहा कि मेरे हाथ च दा आया वा, मैं कुछ भी होवे इहनूं लागू कर जा
ਤਾਂ ਕਿ ਮੇਰਾ ਜਿਹੜਾ ਵਾਅਦਾ ਕੀਤਾ ਇਹਨਾਂ ਕਾਰਪੋਰੇਟਾਂ ਨਾਲ, ਅਡਾਨੀਆਂ ਤੇ ਅਬਾਨੀਆਂ ਨਾਲ, ਮੈਂ ਉਹ ਆਪਦਾ ਵਾਅਦਾ ਪੂਰਾ ਕਰ ਜਾਵਾਂ। ਇਸ ਗੱਲ ਤੇ ਜ਼ੋਰ ਲੱਗਿਆ ਹੋਇਆ ਹੈ ਔਰ ਉਹਦੇ ਵਿੱਚ ਉਹਨੇ ਕਸਰ ਵੀ ਕੋਈ ਨਹੀਂ ਛੱਡ ਰਿਹਾ। ਸਾਰਾ ਦੇਸ਼ ਅੱਜ ਅੱਗ ਦੇ ਵਿੱਚ ਦੀ ਨਿਕਲ ਰਿਹਾ ਹੈ ਔਰ ਉਹਦੀ ਚਿੰਤਾ ਉਹਦੇ ਦਿਮਾਗ ਦੇ ਉੱਤੇ ਕੋਈ ਨਹੀਂ ਕਿ ਕੀ ਹੋ ਰਿਹਾ ਦੇਸ਼ ਦੇ ਅੰਦਰ। ਆਰਾਮ ਨਾਲ ਬੈਠੇ ਨੇ, ਤਰ੍ਹਾਂ ਤਰ੍ਹਾਂ ਦੇ ਮਤਲਬ ਲੋਕਾਂ ਦੇ ਉੱਤੇ ਬਿਆਨ ਦਾਗ ਰਹੇ ਨੇ। ਤਾਂ ਮੇਰੇ ਦੋਸਤੋ, ਕਹਿੰਦੇ ਕੱਲਾ ਇਹ ਨਾ ਸੋਚ ਲਈਏ ਵੀ ਕੱਲਾ ਮੋਦੀ ਆ ਤੇ ਦੂਜੇ ਕੱਲ ਨੂੰ ਆ ਜਾਣ ਤੇ ਉਹ ਬਹੁਤ ਚੰਗੇ ਹੋਣਗੇ। ਇਹ ਗੈਟ ਦੇ ਉੱਤੇ ਸਾਈਨ ਹੋਏ ਕਿਹਦੇ ਆ? ਆ ਮੈਂ ਇੱਕ ਤਾਂ ਸਮਝ ਆ ਗਈ ਨਾ ਵੀ ਗੈਟ ਕਹਿੰਦਾ ਹੈ ਕਿ ਐਮਐਸਪੀ ਨਹੀਂ ਦੇਣੀ ਔਰ ਇਹ ਕਾਨੂੰਨ ਲੈ ਕੇ ਆਗੇ ਕਿ ਐਮਐਸਪੀ ਬੰਦ ਕਰਨੀ ਹੈ, ਖਤਮ ਕਰਨੀ ਹੈ। ਇਹਦਾ ਮਤਲਬ ਗੈਟ ਦੇ ਵਿੱਚੋਂ ਕਾਨੂੰਨ ਨਿਕਲ ਕੇ ਆਏ ਨੇ ਔਰ ਗੈਟ ਦੇ ਉੱਤੇ ਸਾਈਨ ਕਿਹਦੇ ਹੈ? ਨਰਸਿਮਹਾ ਰਾਓ ਦੇ। ਨਰਸਿਮਹਾ ਰਾਓ ਦੇ ਸਾਈਨ ਆ ਗੈਟ ਤੇ। ਇਹਦਾ ਮਤਲਬ ਕਲੀਅਰ ਹੋਗਾ ਕਿ ਦੋਨੇ ਹੀ ਇੱਕੋ ਹੀ ਚੀਜ਼ ਆ, ਫਰਕ ਦੋਹਾਂ 'ਚ ਕੋਈ ਨਹੀਂ। ਤੁਹਾਡੇ ਲਈ ਸਾਰੇ ਤੁਹਾਡੇ ਦੁਸ਼ਮਣ ਨੇ, ਕਸਰ ਕਿਸੇ ਨੇ ਨਹੀਂ ਛੱਡੀ। ਤੇ ਅਗਲੀ ਇੱਕ ਹੋਰ ਗੱਲ ਬੜੀ ਇੰਪੋਰਟੈਂਟ ਦੱਸਣ ਲੱਗਾ ਹੈ। ਜਿਸ ਦਿਨ ਗੈਟ ਦਾ ਖਰੜਾ ਆਉਂਦਾ, ਭਾਰਤ ਸਰਕਾਰ ਕੋਲੇ ਗੈਟ ਦਾ ਖਰੜਾ, ਉਸ ਦਿਨ ਭਾਰਤ ਸਰਕਾਰ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੈ ਐਸਪੀ ਸ਼ੁਕਲਾ, ਪੜ੍ਹਿਆ ਲਿਖਿਆ ਵਿਅਕਤੀ, ਉਹਨੇ ਜਵਾਬ ਦਿੱਤਾ ਕਿ ਇਹਦੇ ਤੇ ਸਾਈਨ ਭਾਰਤ ਨੂੰ ਨਹੀਂ ਕਰਨੇ ਚਾਹੀਦੇ, ਇਹ ਦੇਸ਼ ਲਈ ਘਾਤਕ ਹੈ। ਉਹਦੇ ਕਹਿਣ ਦੇ ਉੱਤੇ ਇੱਕ ਕਮੇਟੀ ਬਣ ਗਈ ਮੈਂਬਰ ਪਾਰਲੀਮੈਂਟਾਂ ਦੀ, ਐਮਪੀਆਂ ਦੀ, ਔਰ ਉਸ ਕਮੇਟੀ ਦੀ ਰਿਕਮੈਂਡੇਸ਼ਨ ਵੀ ਇਹੀ ਆਈ ਕਿ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ। ਹੁਣ ਸਵਾਲ ਇਸ ਗੱਲ ਦਾ ਕਿ ਭਾਰਤ ਦੁਬਾਰਾ ਫੇਰ ਉਹਦਾ ਮੈਂਬਰ ਬਣਦਾ ਹੈ। ਐਡਾ ਵੱਡਾ ਅਧਿਕਾਰੀ ਕਹਿ ਰਿਹਾ ਹੈ। ਆ ਸਰਕਾਰਾਂ ਚੱਲਦੀਆਂ ਜਿਹੜੀਆਂ ਉਹ ਆਈਪੀਐਸ ਆਈਐਸ ਅਧਿਕਾਰੀਆਂ ਦੇ ਸਿਰ ਤੇ ਚੱਲਦੀਆਂ ਹੁੰਦੀਆਂ ਔਰ ਉਹ ਆਦਮੀ ਕਹਿ ਰਿਹਾ ਕਿ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ। ਐਮਪੀਆਂ ਦੀ ਕਮੇਟੀ ਦੀ ਰਿਪੋਰਟ ਆ ਕਿ ਇਹਦੇ ਮੈਂਬਰ ਨਹੀਂ ਬਣਨਾ ਚਾਹੀਦਾ। ਸਾਈਨ ਫੇਰ ਹੋ ਰਹੇ ਭਾਰਤ ਦੇ ਵਿੱਚ। ਔਰ ਉਹ ਸਾਈਨ ਹੋਏ ਕਿਵੇਂ? ਜਿਸ ਵੇਲੇ ਉਸ ਬੰਦੇ ਨੇ ਸਟੈਂਡ ਲਿਆ, ਕਮੇਟੀ ਦੀ ਰਿਕਮੈਂਡੇਸ਼ਨ ਆ ਗਈ, ਉਸ ਤੋਂ ਅੱਗੇ ਕੀ ਹੁੰਦਾ ਹੈ ਕਿ ਵਰਲਡ ਬੈਂਕ ਤੋਂ ਇੱਕ ਚਿੱਠੀ ਆਉਂਦੀ ਹੈ ਭਾਰਤ ਸਰਕਾਰ ਨੂੰ ਕਿ ਐਸਪੀ ਸ਼ੁਕਲਾ ਨੂੰ ਹਟਾਇਆ ਜਾਵੇ ਔਰ ਉਹ ਐਸਪੀ ਸ਼ੁਕਲਾ ਨੂੰ ਹਟਾਇਆ ਜਾਵੇ, ਇਹਦੀ ਥਾਂ ਤੇ ਅਨਵਰ ਉਲ ਹੁੱਡਾ ਨੂੰ ਲਾਇਆ ਜਾਵੇ। ਉਹ ਸੇਮ ਸਾਰਾ ਕੁਝ ਹੋਇਆ। ਐਸਪੀ ਸ਼ੁਕਲਾ ਹਟਾਇਆ ਗਿਆ, ਅਨਵਰ ਉਲ ਹੁੱਡਾ ਨੂੰ ਲਾਇਆ ਗਿਆ ਔਰ ਅਨਵਰ ਉਲ ਹੁੱਡਾ ਦੇ ਨਾਲ ਕੁਝ ਲੋਕ ਉਹ ਲੱਗੇ ਜਿਨ੍ਹਾਂ ਲੋਕਾਂ ਨੇ ਸਾਡੇ ਉਸ ਵੇਲੇ ਪ੍ਰਧਾਨ ਮੰਤਰੀ ਦਾ ਦਿਮਾਗ ਘੁਮਾ ਕੇ ਇਸ ਗੱਲ ਤੇ ਲੈ ਕੇ ਆਂਦਾ ਕਿ ਇਹਦੇ ਤੇ ਸਾਈਨ ਕਰਨੇ ਬਣਦੇ, ਸਾਈਨ ਕਰੀਏ ਔਰ ਇਸ ਤਰੀਕੇ ਨਾਲ ਉਹ ਸਾਈਨ ਹੋਏ। ਦੋਸਤੋ, ਹੁਣ ਅਨੁਮਾਨ ਲਾਇਓ, ਸੋਚੋ ਭਲਾ, ਵਰਲਡ ਬੈਂਕ ਦੀ ਚਿੱਠੀ ਆਉਂਦੀ ਹੈ ਕਿ ਅਨਵਰ ਉਲ ਹੁੱਡਾ ਨੂੰ ਲਾਇਆ ਜਾਵੇ, ਐਸਪੀ ਸ਼ੁਕਲਾ ਨੂੰ ਹਟਾਇਆ ਜਾਵੇ। ਭਾਰਤ ਸਰਕਾਰ ਦੇ ਵਿੱਚ ਉਹ ਕੀਤਾ ਜਾਂਦਾ ਜਿਹੜਾ ਉਹ ਚਿੱਠੀ ਦੇ ਵਿੱਚ ਲਿਖਿਆ ਹੈ। ਇਹਦਾ ਮਤਲਬ ਭਾਰਤ ਦੇ ਉੱਤੇ ਰਾਜ ਕਿਹਦਾ ਹੈ? ਕਿਉਂ ਵੀ ਦੋਸਤੋ, ਇਹਨਾਂ ਦੀ ਮਰਜ਼ੀ ਆ। ਅਗਲੀ ਗੱਲ ਇੱਕ ਹੋਰ ਦੱਸ ਦਿੰਦਾ ਛੋਟੀ ਜੀ। 2018 ਦੇ ਵਿੱਚ ਇੱਕ ਸਾਡੇ ਨਾਲ ਕਮਿਟਮੈਂਟ ਆ, ਮੇਰੇ ਨਾਲ ਖੁਦ ਨਾਲ ਕਮਿਟਮੈਂਟ ਆ ਭਾਰਤ ਸਰਕਾਰ ਦੀ, ਮੁੱਖ ਪ੍ਰਧਾਨ ਮੰਤਰੀ ਦੀ, ਔਰ ਉਹ ਚਿੱਠੀ ਪਈ ਆ ਸਾਡੇ ਕੋਲੇ ਕਿ ਅਸੀਂ 3 ਮਹੀਨਿਆਂ ਦੇ ਵਿੱਚ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰ ਦਿਆਂਗੇ। 3 ਮਹੀਨੇ ਦਾ ਟਾਈਮ ਲਿਆ ਗਿਆ ਔਰ ਜਿਸ ਵੇਲੇ ਰਿਪੋਰਟ ਲਾਗੂ ਕਰਨ ਦਾ ਟਾਈਮ ਆਇਆ, ਨੇੜੇ ਆਏ, ਉਸ ਵੇਲੇ ਫਿਰ ਵਰਲਡ ਬੈਂਕ ਦੀ ਚਿੱਠੀ ਆਉਂਦੀ ਹੈ ਕਿ ਅਗਰ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨੀ ਹੈ ਤਾਂ ਪਹਿਲਾਂ ਸਾਡਾ ਕਰਜ਼ਾ ਮੋੜਿਆ ਜਾਵੇ। ਹੁਣ ਅਗਲੀ ਗੱਲ ਇੱਕ ਹੋਰ ਸਮਝ ਲਿਓ, ਉਸ ਗੈਟ ਦੇ ਵਿੱਚ ਇੱਕ ਗੱਲ ਹੋਰ ਬੜੀ ਖਤਰਨਾਕ ਆ ਜਿਹੜੀ ਤੁਹਾਨੂੰ ਸਮਝਣੀ ਬਹੁਤ ਜ਼ਰੂਰੀ ਹੈ। ਗੈਟ 'ਚ ਲਿਖਿਆ ਹੈ ਕਿ ਅਗਰ ਭਾਰਤ ਦਾ ਕੋਈ ਵੀ ਸੰਵਿਧਾਨ ਦਾ ਕਾਨੂੰਨ ਗੈਟ ਦੇ ਕਿਸੇ ਵੀ ਨਿਯਮ ਦੇ ਖਿਲਾਫ ਹੈ ਤਾਂ ਗੈਟ ਦਾ ਨਿਯਮ ਨਹੀਂ ਬਦਲਿਆ ਜਾਏਗਾ। ਭਾਰਤ ਸਰਕਾਰ ਆਪਦੇ ਸੰਵਿਧਾਨ ਦੇ ਵਿੱਚ ਸੋਧ ਕਰੇਗੀ। ਅੰਦਾਜ਼ਾ ਲਾਇਓ ਕਿ ਗੈਟ ਦਾ ਸਾਡਾ ਸੰਵਿਧਾਨ ਗੁਲਾਮ ਹੋਇਆ ਕਿ ਨਾ ਹੋਇਆ, ਇਮਾਨਦਾਰੀ ਨਾਲ ਦੱਸਿਓ। ਕਿਉਂ ਵੀ ਦੋਸਤੋ, ਹੱਥ ਖੜਾ ਕਰਕੇ ਦੱਸੋ ਜਿਹਨੂੰ ਸਮਝ ਆਈ ਹੈ। ਸਮਝ ਲੱਗ ਰਹੀ ਹੈ ਗੱਲ ਦੀ? ਸਿਸਟਮ ਕਿੱਥੇ ਖੜਾ ਹੈ? ਹੁਣ ਮੈਨੂੰ ਇੱਕ ਗੱਲ ਤੁਹਾਡੇ ਤੋਂ ਫਿਰ ਮੈਂ ਪੁੱਛਣੀ ਹੈ। ਆ ਜਿਹੜੀਆਂ ਮੈਂ 2-3 ਗੱਲਾਂ ਦੱਸੀਆਂ, ਬਹੁਤ ਚਿਰ ਦੇ ਤੁਸੀਂ ਵੋਟਰ ਬਣੇ ਹੋ, ਇਹ ਵੋਟਾਂ ਪਾਉਂਦੇ ਆ ਰਹੇ ਹੋ। 94 ਦੇ ਵਿੱਚ ਸਾਈਨ ਹੁੰਦੇ ਆ,
94 ਤੋਂ ਬਾਅਦ ਕਈ ਵਾਰੀ ਵੋਟਾਂ ਪਾਈਆਂ ਹੈ। ਕਿਸੇ ਪੋਲੀਟੀਕਲ ਲੀਡਰ ਨੇ ਤੁਹਾਨੂੰ ਆਹ ਗੱਲ ਦੱਸੀ ਹੈ ਜਿਹੜੀ ਮੈਂ ਅੱਜ ਦੱਸੀ ਹੈ? ਕਿਉਂ ਵੀ ਦੋਸਤੋ ਹੱਥ ਖੜੇ ਕਰਕੇ ਦੱਸਿਓ। ਕਿਉਂ ਵੀ ਦੋਸਤੋ ਉਹ ਮਗਰਲੇ ਪਾਸੇ ਨੌਜਵਾਨੋਂ ਦੱਸਿਓ, ਤੁਹਾਡੇ ਸਮਝ ਆਈ ਗੱਲ ਦੀ? ਨਹੀਂ ਦੱਸੀ ਕਿਸੇ ਨੇ। ਹੁਣ ਇੱਕ ਸਵਾਲ ਹੈ ਇੱਥੇ ਕਿ ਦੋਸਤੋ ਜਾਂ ਤਾਂ ਉਹਨਾਂ ਲੋਕਾਂ ਨੂੰ ਪਤਾ ਨਹੀਂ ਕਿ ਕੀ ਹੋਇਆ ਸਾਡੇ ਦੇਸ਼ ਨਾਲ, ਸਾਡੇ ਨਾਲ ਹੋਇਆ ਕੀ ਹੈ, ਤੇ ਜੇ ਉਹਨਾਂ ਨੂੰ ਪਤਾ ਨਹੀਂ ਤਾਂ ਫਿਰ ਉਹ ਮੂਰਖ ਨਹੀਂ। ਕੀ ਬੋਲਿਓ ਇਮਾਨਦਾਰੀ ਨਾਲ? ਕਿਉਂ ਵੀ ਸੱਜਣੋ, ਉਹ ਦੇਸ਼ ਦੀ ਵਾਗਡੋਰ ਉਹਨਾਂ ਦੇ ਹੱਥ 'ਚ ਦਿੱਤੀ ਹੈ ਜਿਨ੍ਹਾਂ ਨੂੰ ਇਹ ਨਹੀਂ ਪਤਾਗਾ ਕਿ ਇਹ ਸਾਡੇ ਨਾਲ ਹੋਈ ਕੀ ਜਾਂਦਾ ਹੈ। ਜਾਂ ਤਾਂ ਮੂਰਖ ਹੈ, ਤੇ ਜੇ ਉਹ ਸਭ ਕੁਝ ਜਾਣਦੇ ਹੈ ਤੇ ਤੁਹਾਨੂੰ ਦੱਸ ਨਹੀਂ ਰਹੇ ਜਾਣ ਕੇ, ਤੇ ਫਿਰ ਉਹ ਬੇਈਮਾਨ ਹੈ। ਕਿਉਂ ਵੀ ਦੋਸਤੋ, ਦੋਹਾਂ ਚੋਂ ਇੱਕ ਚੀਜ਼ ਤਾਂ ਹੈ ਨਾ, ਦੋਹਾਂ ਚੋਂ ਇੱਕ ਚੀਜ਼ ਤਾਂ ਹੈ ਨਾ। ਤੇ ਜੇ ਇੱਕ ਚੀਜ਼ ਹੈ ਤੇ ਸਾਡੇ ਲਈ ਇਸ ਸਤ੍ਹਾ ਤੇ ਜਾ ਕੇ ਬੈਠ ਕੇ ਤੁਹਾਡੇ ਲਈ ਕਾਨੂੰਨ ਬਣਾਉਣੇ, ਫੈਸਲੇ ਕਰਨੇ, ਇਹਦੇ ਕਾਬਿਲ ਦੋਵੇਂ ਹੀ ਨਹੀਂ। ਇਹਨਾਂ ਚੋਂ ਕੋਈ ਮੂਰਖ ਵੀ ਮਾੜਾ ਹੈ ਤੇ ਬੇਈਮਾਨ ਉਦੋਂ ਵੀ ਮਾੜਾ ਹੈ। ਤਾਂ ਬਹਿੰਦੇ ਇਹ ਲੋਕ ਨੇ। ਸੋ ਮੇਰੀ ਬੇਨਤੀ ਹੈ ਮੇਰੇ ਦੋਸਤੋ, ਸਾਨੂੰ ਸਾਡੀ ਲੜਾਈ ਨੂੰ, ਮੈਂ ਇਹ ਗੱਲਾਂ ਤੁਹਾਡੇ ਨਾਲ ਤਾਂ ਸਾਂਝੀਆਂ ਕੀਤੀਆਂ ਕਿ ਲੜਾਈ ਦੇਖੋ ਕਿੱਥੇ ਜਾ ਕੇ ਖੜੀ ਹੈ, ਕਾਨੂੰਨ ਕਿੱਥੋਂ ਆਇਆ ਹੈ। ਉਹ ਇੰਨਾ ਪ੍ਰੈਸ਼ਰ ਬਿਲਟ ਕਰਨਾ ਪੈਣਾ ਸਾਨੂੰ ਕਿ ਭਾਰਤ ਸਰਕਾਰ ਨੂੰ ਮਜਬੂਰ ਕਰੀਏ ਕਿ ਚਾਹੇ ਕੁਝ ਵੀ ਹੋਵੇ, ਕੁਝ ਵੀ ਹੋਵੇ, ਭਾਰਤ ਸਰਕਾਰ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਲੜਾਈ ਜਿਹੜੀ ਅਗਲੀ ਹੈ ਉਹ ਗੈਟ ਦੇ ਖਿਲਾਫ, ਗੈਟ ਚੋਂ ਬਾਹਰ ਕੱਢਣ ਦੀ ਲੜਾਈ ਸ਼ੁਰੂ ਹੋਣੀ ਹੈ। ਅਗਲੀ ਲੜਾਈ ਹੋ ਸ੍ਰੀ ਅਕਾਲ। ਤਾਂ ਇਹ ਜਿਹੜੀ ਮੈਂ ਅਰਜ਼ ਕੀਤੀ ਹੈ ਪਿਆਰਿਓ ਕਿ ਗੈਟ ਦੇ ਖਿਲਾਫ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਆਹ ਲੜਾਈ ਜਿੱਤਣੀ ਜ਼ਰੂਰੀ ਹੈ ਜਿਹੜੀ ਅੱਜ ਆਪਾਂ ਲੜ ਰਹੇ ਹਾਂ। ਅਗਰ ਇਹ ਲੜਾਈ ਤੁਸੀਂ ਤਕੜੇ ਹੋ ਕੇ ਸਿਰ ਜੋੜ ਕੇ ਜਿੱਤ ਗਏ ਤਾਂ ਮੈਂ ਵਾਅਦੇ ਨਾਲ ਗੱਲ ਕਰਦਾ, ਇਹ ਸਿਰ ਜੁੜੇ ਰਹਿਣਗੇ। ਇਹ ਪੂਰਾ ਦੇਸ਼ ਇਕੱਠਾ ਰਹੇਗਾ, ਇਹਨੂੰ ਕੋਈ ਛੇੜ ਨਹੀਂ ਸਕਦਾ ਇਸ ਯੂਨਿਟੀ ਨੂੰ। ਅਗਰ ਅਸੀਂ ਇਸ ਲੜਾਈ ਦੇ ਵਿੱਚ ਕਿਸੇ ਤਰੀਕੇ ਵੀ ਮਾਤ ਪਾ ਖਾ ਗਏ, ਕੋਈ ਨੁਕਸਾਨ ਠਾ ਗਏ, ਇਹ ਲੜਾਈ ਨਾ ਜਿੱਤ ਸਕੇ, ਤਾਂ ਮੇਰੇ ਦੋਸਤੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਦੂਜੇ ਦੇ ਉੱਤੇ ਦੋਸ਼ ਹੀ ਲਾਉਂਦੇ ਰਹਿ ਜਾਾਂਗੇ। ਪੰਜਾਬ ਕਹੂਗਾ ਹਰਿਆਣੇ ਨੇ ਗੜਬੜ ਕਰਤੀ, ਹਰਿਆਣਾ ਕਹੂਗਾ ਪੰਜਾਬ ਨੇ ਗੜਬੜ ਕਰਤੀ, ਕਦੇ ਅਸੀਂ ਦੋਵੇਂ ਇਕੱਠੇ ਹੋ ਕੇ ਕਿਆ ਕਰਾਂਗੇ, ਯੂਪੀ ਵਾਲੇ ਗੜਬੜ ਕਰ ਗਏ। ਅਗਰ ਇਹ ਲੜਾਈ ਜਿੱਤ ਗਏ ਤਾਂ ਫਿਰ ਸਾਰਿਆਂ ਦੇ ਸਿਰ ਜੁੜੇ ਰਹਿਣਗੇ। ਇਹ ਲੜਾਈ ਸਾਰਿਆਂ ਨੂੰ ਸਿਰ ਜੋੜ ਕੇ ਲੜਨੀ ਪੈਣੀ ਹੈ, ਸਾਰਿਆਂ ਨੂੰ ਸਿਰ ਜੋੜ ਕੇ ਲੜੇ ਬਗੈਰ ਜਿੱਤੀ ਨਹੀਂ ਜਾਣੀ। ਇਹ ਲੜਾਈ ਐਡੀ ਤਕੜੀ ਹੈ, ਇਹ ਛੋਟੀ ਜਿਹੀ ਲੜਾਈ ਨਹੀਂ। ਜਿਸ ਦਿਨ ਤੁਸੀਂ ਇਕੱਲੇ ਪੰਜਾਬ ਵਾਲੇ ਲੜ ਰਹੇ ਸੀ, ਸਰਕਾਰ ਟਸ ਤੋਂ ਮਸ ਨਹੀਂ ਹੋਈ। ਜੇ ਅੱਜ ਯੂਪੀ ਦੇ ਵਿੱਚ ਤੇ ਰਾਜਸਥਾਨ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ ਤੇ ਬੰਗਾਲ ਦੇ ਵਿੱਚ ਇਕੱਠ ਹੋਣੇ ਸ਼ੁਰੂ ਹੋਏ ਹੈ, ਬਿਹਾਰ ਦੇ ਵਿੱਚ ਇਕੱਠ ਹੋਣੇ ਸ਼ੁਰੂ ਹੋਏ ਹੈ, ਤੇ ਅੱਜ ਨਰਿੰਦਰ ਤੋਮਰ ਇਹ ਕਹਿਣ ਲਈ ਮਜਬੂਰ ਹੋਇਆ ਕਿ ਐਡੇ ਇਕੱਠਾਂ ਦੇ ਨਾਲ ਕਾਨੂੰਨ ਰੱਦ ਨਹੀਂ ਹੁੰਦੇ, ਇਹਨਾਂ ਭੀੜਾਂ ਨਾਲ ਕਾਨੂੰਨ ਰੱਦ ਨਹੀਂ ਹੁੰਦੇ। ਇਹਦਾ ਮਤਲਬ ਭੀੜਾਂ ਨਜ਼ਰ ਆ ਗਈਆਂ, ਭੀੜਾਂ ਦੁੱਖ ਦੇਣ ਲੱਗ ਗਈਆਂ। ਜਿਹੜੀਆਂ ਗੱਲ ਗਰੇਵਾਲ ਸਾਹਿਬ ਆਪਦੇ ਗੀਤ ਦੇ ਵਿੱਚ ਕਹਿੰਦੇ ਨੇ ਕਿ ਇਹ ਜਿਹੜਾ ਇਕੱਠ ਹੈ ਪਰੇਸ਼ਾਨ ਕਰੂਗਾ, ਕਰ ਰਿਹਾ ਨਾ ਇਕੱਠ ਪਰੇਸ਼ਾਨ, ਕਿਤੇ ਨਾ ਕਿਤੇ ਪਿੰਚ ਕਰ ਰਿਹਾ ਉਹਨਾਂ ਨੂੰ ਕਿ ਇਕੱਠ ਹੋ ਰਹੇ ਨੇ। ਇਹਨਾਂ ਇਕੱਠਾਂ ਨੂੰ ਰੱਖਣਾ, ਇਕੱਠਾਂ ਨੂੰ ਮਜ਼ਬੂਤ ਕਰਨਾ ਇਹ ਬਹੁਤ ਜ਼ਰੂਰੀ ਆ ਮੇਰੇ ਦੋਸਤੋ। ਔਰ ਅੱਜ ਪੂਰਾ ਦੇਸ਼ ਇਸ ਅੰਦੋਲਨ ਦੇ ਵਿੱਚ ਤੁਹਾਡਾ ਭਰਾ ਬਣ ਕੇ, ਭਾਈਵਾਲ ਬਣ ਕੇ ਤੁਹਾਡੇ ਨਾਲ ਖੜਾ ਹੈ। ਸਾਨੂੰ ਇੰਨੀ ਸਮਝਦਾਰੀ ਦੇ ਨਾਲ ਇਹ ਅੰਦੋਲਨ ਲੜਨ ਦੀ ਲੋੜ ਹੈ ਕਿ ਮੇਰੇ ਦੋਸਤੋ, ਅਗਰ ਸਾਡੀ ਗਲਤੀ ਨਾਲ ਅੰਦੋਲਨ ਜਾਂ ਤਾਂ ਏਜੰਸੀਆਂ ਫੇਲ ਕਰਦੀਆਂ ਜਾਂ ਸਾਡੇ ਲੀਡਰਾਂ ਤੋਂ ਕਮੀ ਰਹਿੰਦੀ ਹੈ, ਤੇ ਜਾਂ ਸਾਡੇ ਜਿਹੜੀ ਪਬਲਿਕ ਹੈ, ਪਬਲਿਕ ਕੋਈ ਗਲਤੀ ਕਰ ਬੈਠਦੀ ਹੈ। ਅਗਰ ਸਾਡੇ ਹੱਥ 'ਚ ਦੋ ਚੀਜ਼ਾਂ ਕਿ ਲੀਡਰ ਗਲਤੀ ਨਾ ਕਰਨ ਔਰ ਸਾਡੀ ਪਬਲਿਕ ਗਲਤੀ ਨਾ ਕਰੇ, ਸ਼ਾਂਤਮਈ ਲੜਾਈ ਨੂੰ ਲੜਦੇ ਲੜਦੇ ਜਿੱਤ ਗਏ, ਮੈਂ ਦਾਅਵੇ ਨਾਲ ਗੱਲ ਕਰਦਾ ਸਰਕਾਰ ਦੀ ਪੇਸ਼ ਨਹੀਂ ਜਾਏਗੀ। ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਏਜੰਸੀਆਂ ਕੰਮ ਕਰਦੀਆਂ, ਬਹੁਤ ਥਾਵਾਂ ਦੇ ਉੱਤੇ ਏਜੰਸੀਆਂ ਦੇ ਲੋਕ ਫੜੇ ਨੇ ਤੁਹਾਡੇ ਨੌਜਵਾਨਾਂ ਨੇ ਪਹਿਰੇ ਦੇ ਦੇ ਕੇ। ਤੋ ਇਹ ਸਾਡੀ ਜ਼ਿੰਮੇਵਾਰੀ ਸਮਝ ਲਈਏ, ਜਿੰਨੇ ਅਸੀਂ ਅੰਦੋਲਨ ਦੇ ਵਿੱਚ ਬੈਠੇ ਆ, ਆਏ ਨਾ ਮੰਨੀਏ ਵੀ ਅਸੀਂ ਤਾਂ ਸਿਰਫ ਇੱਕ ਟਾਈਮ ਪਾਸ ਕਰਨ ਗਏ ਆ।
ਇਹ ਮੰਨ ਕੇ ਜਾਈਏ ਕਿ ਜੇ ਅਸੀਂ ਇੱਕ ਹਫ਼ਤਾ ਰਹਿਣਾ, ਅਸੀਂ 10 ਦਿਨ ਉੱਥੇ ਰਹਿਣਾ ਹੈ, ਤਾਂ 10 ਦਿਨ ਅਸੀਂ ਵਲੰਟੀਅਰ ਬਣ ਕੇ ਰਹਿਣਾ ਉੱਥੇ। ਅਗਰ ਸਾਡੀ ਟਰਾਲੀ ਦੇ ਵਿੱਚ, ਅਗਰ ਸਾਡੇ ਇਕੱਠਿਆਂ ਜਿੱਥੇ ਅਸੀਂ 10 ਬੰਦੇ ਬੈਠੇ ਆ, ਉੱਥੇ ਕੋਈ ਗਲਤ ਬੰਦਾ ਹੈ, ਉਹਨੂੰ ਨੋਟ ਕਰੀਏ ਕਿ ਗਲਤ ਬੰਦਾ ਸਾਡੇ ਵਿੱਚ ਕਿਉਂ ਆਇਆ। ਅਗਰ ਤੁਸੀਂ ਇੰਨੇ ਸੁਚੇਤ ਰਹਿ ਕੇ ਇਸ ਅੰਦੋਲਨ ਨੂੰ ਲੜਨ ਦੇ ਵਿੱਚ ਸਫਲ ਹੋ ਗਏ, ਦੁਨੀਆ ਦੀ ਕੋਈ ਤਾਕਤ ਨਹੀਂ ਜਿਹੜੀ ਆਪਾਂ ਨੂੰ ਹਰਾ ਜੇ। ਜਿੱਤ ਵਸ਼ ਹੋਏਗੀ, ਜਿੱਤਾਂਗੇ। ਜਿੰਨਾ ਮਰਜ਼ੀ ਜ਼ੋਰ ਲਾ ਲੇ ਸਰਕਾਰ, ਇਹਦੇ ਤੋਂ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਟਸ ਤੋਂ ਮਸ ਹੋ ਜੇ ਗੱਲ। ਮੈਂ ਇੱਕ ਪਰਸੋਂ ਵੀ ਬੋਲ ਕੇ ਆਇਆ ਇੱਕ ਥਾਂ ਤੇ, ਕੋਈ ਮਹਾਪੁਰਸ਼ ਮਿਲ ਗਏ ਮੈਨੂੰ, ਪਤਾ ਮੈਨੂੰ ਕੀ ਕਹਿੰਦੇ? ਕਹਿੰਦੇ ਡੱਲੇਵਾਲ ਜੀ ਤੁਸੀਂ ਥੋੜਾ ਬਹੁਤਾ ਲੈ ਦੇ ਕਰਕੇ ਨਿਮੇੜ ਲਓ, ਬਹੁਤ ਚਿਰ ਹੋ ਗਿਆ ਲੜੀ ਜਾਂਦਿਆਂ ਨੂੰ। ਮੇਰੇ ਦੋਸਤੋ, ਇਹ ਲੜਾਈ ਲੈ ਦੇ ਕਰਕੇ ਨਿਮੇੜਨ ਵਾਲੀ ਨਹੀਂ। ਲੜਾਈ ਜਾਂ ਤਾਂ ਮੰਗਾਂ ਤੇ ਹੁੰਦੀ ਹੈ। ਜੇ ਅਸੀਂ ਮੰਗਾਂ ਮੰਨ ਰਹੇ ਹਾਂ, ਮੰਨ ਲਓ ਅਸੀਂ 10 ਮੰਗਾਂ ਮੰਨ ਰਹੇ ਹਾਂ, 5 ਮੰਗਾਂ ਮੰਨ ਰਹੇ ਹਾਂ, ਉਹ ਜਿਹੜੀਆਂ 5 ਮੰਗੀਆਂ, 5 ਦੇ ਵਿੱਚੋਂ 3 ਸਰਕਾਰ ਦੇਣ ਨੂੰ ਤਿਆਰ ਹੋ ਗਈ, ਅਸੀਂ ਮੰਨ ਲਾਂਗੇ ਕਿ 2 ਦੇ ਉੱਤੇ ਫੇਰ ਲੜ ਲਾਂਗੇ। ਪਰ ਜਿਹੜੀ ਇਹ ਲੜਾਈ ਹੈ, ਇਹ ਮੰਗਾਂ ਤਾਂ ਮੰਗਦਾ ਰਹੀ ਨਹੀਂ ਅਸੀਂ ਕੁਛ। ਅਸੀਂ ਕੋਈ ਮੰਗ ਥੋੜੀ ਰਹੇ ਸਰਕਾਰ ਤੋਂ ਕੁਛ। ਅਸੀਂ ਤਾਂ ਸਰਕਾਰ ਨੂੰ ਇਹ ਕਹਿ ਰਹੇ ਕਿ ਜੋ ਕੁਝ ਸਾਡੇ ਕੋਲੇ ਹੈਗਾ ਇਹ ਨਾ ਖੋਇਆ ਜਾਵੇ। ਲੜਾਈ ਤਾਂ ਆਹੀ ਹੈ ਨਾ। ਜੇ ਆਪਾਂ ਜਿੱਤ ਵੀ ਗਏ, ਨਵਾਂ ਤਾਂ ਕੁਝ ਨਹੀਂ ਲੈ ਕੇ ਆਉਂਦੇ ਦਿੱਲੀੋਂ, ਸਿਰਫ ਇਹ ਹੀ ਹੈ ਕਿ ਜੋ ਸਾਡੇ ਕੋਲੇ ਹੈਗਾ ਉਹ ਸਾਡੇ ਕੋਲੇ ਰਹਿ ਜਾਊਗਾ। ਤੋਂ ਜੇ ਸੰਨ ਵਿਚਾਲੇ ਦੀ ਲੜਾਈ ਦੇ ਵਿੱਚ ਅਸੀਂ ਕਿਤੇ ਫੈਸਲਾ ਹੁੰਦਾ ਹੈ ਤੇ ਇਹਦਾ ਮਤਲਬ ਕੁਛ ਨਾ ਕੁਛ ਅਸੀਂ ਦੇਣਾ ਮੰਨ ਲਿਆ, ਇਹੀ ਨਿਕਲੇਗਾ ਨਾ। ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਸਰਕਾਰ ਨੂੰ ਕੋਈ ਅਜਿਹਾ ਮੌਕਾ ਨਹੀਂ ਦੇਣਾ ਜਿਹਦੇ ਨਾਲ ਸਰਕਾਰ ਨੂੰ ਤੁਹਾਡੇ ਦੇ ਬਲ ਪ੍ਰਯੋਗ ਕਰਨਾ ਪਵੇ, ਜਿਹਦੇ ਨਾਲ ਸਰਕਾਰ ਤੁਹਾਡੇ ਅੰਦੋਲਨ ਨੂੰ ਖਿਲਾਰਨ ਦੇ ਵਿੱਚ ਸਫਲ ਹੋ ਸਕੇ। ਉਹ ਸਾਰੀ ਗੱਲ ਤੋਂ ਆਪਾਂ ਬਚ ਕੇ ਰਹਿਣਾ, ਤਕੜੇ ਹੋ ਕੇ ਲੜਾਈ ਜਿੱਤਣੀ ਹੈ। ਇਹ ਪੂਰੀ ਦੀ ਪੂਰੀ ਲੜਾਈ ਜਿੱਤਣੀ ਪੈਣੀ ਹੈ ਭਰਾਵੋ। ਅਗਰ ਜ਼ਮੀਨ ਰੱਖਣੀ ਹੈ ਤਾਂ ਪੂਰੀ ਦੀ ਪੂਰੀ ਲੜਾਈ ਸਾਰੀਆਂ ਦੀਆਂ ਸਾਰੀਆਂ ਮੰਗਾਂ ਮਨਾਉਣੀਆਂ ਪੈਣੀਆਂ। ਭਾਵੇਂ ਦੋ ਮੰਗਾਂ ਸਾਡੀ ਕਿਸਾਨੀ ਨਾਲ ਸੰਬੰਧਿਤ ਹੈ, ਤੀਸਰੀ ਮੰਗ ਸਾਡੇ ਨਾਲ ਸੰਬੰਧਿਤ ਨਹੀਂ ਕਿਸਾਨੀ ਨਾਲ, ਲੇਕਿਨ ਉਹ ਸਾਡੇ ਦੇਸ਼ ਦੇ ਲੋਕਾਂ ਨਾਲ ਸੰਬੰਧਿਤ ਹੈ। ਦੇਸ਼ ਭਰ ਦੇ ਲੋਕਾਂ ਤੋਂ ਸਾਨੂੰ ਸਹਿਯੋਗ ਮਿਲ ਰਿਹਾ ਹੈ। ਇਸ ਕਰਕੇ ਸਾਡੀ ਜ਼ਿੰਮੇਵਾਰੀ ਬਣਦੀ ਅੱਜ ਉਸ ਨੂੰ ਵੀ ਉਸ ਜਿਹੜੀਆਂ ਇਹਨਾਂ ਨੇ ਸੌਦਾ ਕੀਤੀਆਂ ਵੀ ਵਾਪਸ ਕਰਵਾਈਏ। ਇਹ ਤਾਂ ਹੀ ਅਸੀਂ ਲੜਾਈ ਦੇ ਵਿੱਚ ਸਫਲ ਹੋ ਸਕਾਂਗੇ। ਮੇਰੇ ਦੋਸਤੋ, ਮੈਂ ਜ਼ਿਆਦਾ ਸਮਾਂ ਨਾ ਲਵਾਂ ਕਿਉਂਕਿ ਮੇਰੇ ਤੋਂ ਬਗੈਰ ਹੋਰ ਵੀ ਆਗੂ ਸਾਹਿਬਾਨ ਬੈਠੇ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨੇ ਆ। ਸੋ ਮੇਰੇ ਦੋਸਤੋ, ਮੇਰੀ ਹੱਥ ਬੰਨ ਕੇ ਬੇਨਤੀ ਹੈ, ਸਬਰ, ਲੰਬੀ ਲੜਾਈ ਚੱਲੇਗੀ। ਐਂ ਦੱਸੋ ਜਿੰਨੇ ਕਿ ਮੇਰੇ ਵੀਰ ਤੁਸੀਂ ਇੱਥੇ ਬੈਠੇ ਹੋ, ਕਿੰਨਿਆਂ ਨੂੰ ਸਮਝ ਆ ਗਈ ਕਿ ਲੜਾਈ ਬਹੁਤ ਲੰਬੀ ਚੱਲਣ ਵਾਲੀ ਹੈ? ਸਾਰਿਆਂ ਨੂੰ ਸਮਝ ਆਈ ਹੈ ਮੇਰੀ ਗੱਲ ਦੀ? ਆ ਗਈ ਨਾ? ਬਸ ਕਿਰਪਾ ਕਰਕੇ ਇਹਨੂੰ ਗੱਲ ਨੂੰ ਸਮਝ ਲਿਓ ਕਿ ਇਹ ਲੜਾਈ ਉਹਨਾਂ ਨਾਲ ਹੈ, ਇਹ ਲੜਾਈ ਉੱਥੇ ਹੈ। ਇਹ ਨਾ ਸੋਚ ਲਿਓ ਵੀ ਇਕੱਲੇ ਹਾਂ ਮੋਦੀ ਨੂੰ ਝੁਕਾਵਾਂਗੇ, ਕਿਉਂਕਿ ਕਾਨੂੰਨ ਰੱਦ ਤਾਂ ਮੋਦੀ ਦੇ ਕਰਨੇ ਆ ਨਾ। ਬਣਾਏ ਕਾਨੂੰਨ ਮੋਦੀ ਨੇ ਹੈ, ਰੱਦ ਵੀ ਮੋਦੀ ਨੇ ਕਰਨੇ ਆ। ਮੋਦੀ ਤੋਂ ਰੱਦ ਕਰਾਉਣ ਵਾਸਤੇ ਜਿਸ ਤਰ੍ਹਾਂ ਦਾ ਅੱਜ ਪ੍ਰੈਸ਼ਰ ਬਣ ਰਿਹਾ ਹੈ, ਵਾਹਿਗੁਰੂ ਕਿਰਪਾ ਕਰੇ ਉਹ ਸ਼ਹਿਨशाह ਜਿਵੇਂ ਤੁਹਾਡੇ ਤੇ ਮਿਹਰਬਾਨ ਹੋ ਕੇ ਚੱਲਿਆ। ਜਿਵੇਂ 26 ਤਰੀਕ ਨੂੰ ਇਹਨਾਂ ਨੇ ਚਾਲ ਚੱਲੀ ਸੀ ਬਹੁਤ ਵੱਡੀ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ, ਲੇਕਿਨ ਨਹੀਂ ਬਣਾਉਣ ਦਿੱਤੀ ਉਹ ਮੇਰੇ ਸੱਚੇ ਪਾਤਸ਼ਾਹ ਨੇ। ਉੱਥੇ ਫਿਰ ਜਾ ਕੇ ਇੱਕ ਦਿਨ ਦਾ ਹਾਲਾਤ ਭਾਵੇਂ ਖਰਾਬ ਹੋਏ, ਲੇਕਿਨ ਦੂਜੇ ਦਿਨ ਹੀ ਹਰਿਆਣੇ ਵਾਲੇ ਵੀਰਾਂ ਨੂੰ ਬੜੀ ਸਮਝ ਆਈ ਔਰ ਅੱਜ ਉਹ ਤੁਹਾਡੇ ਨਾਲ ਸੱਚੀਓ ਇਹਨਾਂ ਦੀ ਚਾਲ ਨੂੰ ਸਮਝ ਕੇ ਤੁਹਾਡੇ ਨਾਲ ਖੜੇ ਆ। ਪਹਿਲਾਂ ਤਾਂ ਖੜੇ ਸੀ ਕੇਵਲ ਕਾਨੂੰਨਾਂ ਦੀ ਖਾਤਰ ਵੀ ਕਾਨੂੰਨ ਰੱਦ ਕਰਾਉਣੇ ਆ, ਅੱਜ ਇਹਨਾਂ ਦੀ ਚਾਲ ਨੂੰ ਸਮਝ ਕੇ ਤੁਹਾਡੇ ਨਾਲ ਹਰਿਆਣਾ ਖੜਾ ਹੈ। ਇਸ ਕਰਕੇ ਯੂਪੀ ਤੁਹਾਡੇ ਨਾਲ ਇਹਨਾਂ ਦੀ ਚਾਲ ਨੂੰ ਸਮਝ ਕੇ ਖੜੀ ਹੈ। ਸੋ ਇਸ ਲਈ ਮੇਰੇ ਦੋਸਤੋ, ਇਹ ਜੁੱਟ ਜਿਹੜੀ ਸਾਡੀ ਏਕਤਾ ਬਣੀ ਹੈ, ਇਕਜੁੱਟਤਾ ਜਿਹੜੀ ਬਣੀ ਹੈ, ਇਹਨੂੰ ਹੋਰ ਤਕੜੀ ਕਰਨਾ ਹੈ, ਹੋਰ ਮਜ਼ਬੂਤ ਕਰਨਾ ਹੈ। ਸਾਡੇ ਵੱਲੋਂ ਕੋਈ ਗਲਤੀ ਨਾ ਹੋਵੇ ਜਿਹਦੇ ਕਰਕੇ ਹਰਿਆਣਾ ਨਾਰਾਜ਼ ਹੋਵੇ ਜਾਂ ਯੂਪੀ ਨਾਰਾਜ਼ ਹੋਵੇ। ਉਹ ਸਾਡੇ ਭਰਾ ਨੇ, ਆਪਾਂ ਨੂੰ ਸੱਚੀਓ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਜੇ ਉਹ ਕਹਿੰਦੇ ਨੇ ਕਿ ਪੰਜਾਬ ਸਾਡਾ ਵੱਡਾ ਭਰਾ ਹੈ, ਹਰਿਆਣਾ ਛੋਟਾ ਭਰਾ ਹੈ, ਤਾਂ ਫਿਰ ਮੰਨ ਲਈਏ ਕਿ ਉਹ ਛੋਟਾ ਹੈ, ਅਸੀਂ ਵੱਡੇ ਹਾਂ। ਛੋਟੇ ਤੋਂ ਗਲਤੀ ਹੋ ਸਕਦੀ ਹੈ, ਵੱਡੇ ਨਾ ਕਰੀਏ। ਸਾਡੀ ਏਕਤਾ ਬਣੀ ਰਹੇ। ਇਹ ਏਕਤਾ ਰੱਖਣ ਦੇ ਵਿੱਚ ਅਗਰ ਅਸੀਂ ਸਫਲ ਹੋ ਗਏ, ਮੈਂ ਦਾਅਵੇ ਨਾਲ ਗੱਲ ਕਰਦਾ ਕਿ ਜਿੱਤ ਵਾਸ਼ਾ ਜਿੱਤ ਕੇ ਮੁੜਾਂਗੇ। ਲੜਾਈ ਜਿੰਨੀ ਮਰਜ਼ੀ ਹੋ ਜੇ ਪਿੱਛੇ ਨਹੀਂ ਹਟਾਂਗੇ। ਲੜਾਈ ਜਿੱਤੇ ਬਗੈਰ ਸਾਡਾ ਗੁਜ਼ਾਰਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।